Good morning, students. Once again, welcome to my YouTube channel. Today, I am making a section on the class 9th English supplementary books. The name of the chapter is Last Leaf, which is written by the O. Henry. This story is based upon to the human nature. In this, we have been explained that the how to a man believe upon their beliefs and their facts and how it can be a change with the help of their minds and their thoughts। ਇਹ ਸਟੋਰੀ ਜਿਹੜੀ ਬੇਸਡ ਆ ਉਹ ਸਾਡੇ ਹਿਊਮਨ ਨੇਚਰ ਦੇ ਉੱਤੇ ਬੇਸਡ ਆ ਵੀ ਇੱਕ ਹਿਊਮਨ ਨੇਚਰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਹਰ ਇੱਕ ਚੀਜ਼ ਉੱਤੇ ਬਲੀਫ ਕਰਦਾ ਵਾ ਅਤੇ ਫੇਥ ਕਰ ਲੈਂਦਾ ਉਸ ਉੱਤੇ ਅਤੇ ਉਹਨੂੰ ਕਿਸ ਤਰੀਕੇ ਨਾਲ ਚੇਂਜ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਦੇਅਰ ਮਾਈਂਡਸ ਵੀ ਆਪਣੀ ਮਾਈਂਡ ਅਤੇ ਕ੍ਰੀਏਟਿਵਿਟੀ ਦੇ ਨਾਲ ਉਹਨੂੰ ਕਿਸ ਤਰੀਕੇ ਨਾਲ ਚੇਂਜ ਕੀਤਾ ਜਾਂਦਾ। ਇਹ ਚੈਪਟਰ ਉਸ ਚੀਜ਼ ਦੇ ਉੱਤੇ ਬੇਸਡ ਹੈ, ਬੜਾ ਇੰਟਰਸਟਿੰਗ ਚੈਪਟਰ ਹੈ। ਤਾਂ ਅਸੀਂ ਇਸ ਚੈਪਟਰ ਨੂੰ ਸਟਾਰਟ ਕਰਦੇ ਹਾਂ। ਇਸ ਚੈਪਟਰ ਦੇ ਵਿੱਚ ਮੈਂ ਜਿਹੜੇ ਇੰਪੋਰਟੈਂਟ ਕੁਐਸਚਨ ਆਨਸਰ ਨੇ ਉਹ ਵੀ ਵੀਡੀਓ ਦੇ ਲਾਸਟ ਦੇ ਵਿੱਚ ਦਿੱਤੇ ਹੋਏ ਨੇ, ਤਾਂ ਅਸੀਂ ਪੂਰੀ ਵੀਡੀਓ ਬੜੇ ਧਿਆਨ ਨਾਲ ਸੁਣਨੀ ਆ ਅਤੇ ਜਿਹੜੇ ਇਹਦੇ ਕੁਐਸਚਨ ਆਨਸਰ ਨੇ ਉਹਨੂੰ ਨੋਟ ਡਾਊਨ ਕਰ ਲੈਣਾ ਆਪਣੀ ਕਾਪੀਜ਼ ਦੇ ਉੱਤੇ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਇਹ ਜਿਹੜਾ ਸੈਸ਼ਨ ਆ ਉਹ 3 ਕਰੈਕਟਰਸ ਜਿਹੜੇ ਮੇਨ ਕਰੈਕਟਰ ਨੇ ਜਿਹੜੇ ਸਟੋਰੀ ਦੇ ਵਿੱਚ ਚੱਲ ਰਹੇ ਨੇ, ਸ਼ੂ, ਜੌਨਸੀ ਐਂਡ ਬਹਿਰਮਨ। ਜਿਹੜੀ ਜੌਨਸੀ ਆ ਉਹ ਕੀ ਆ, ਇੱਕ ਦੋਨੋਂ ਸ਼ੂ ਐਂਡ ਜੌਨਸੀ ਦੇਅਰ ਆਰ ਫਰੈਂਡਸ, ਉਹ ਦੋਨੇ ਜਣੇ ਫਰੈਂਡਸ ਨੇ। ਦੇਅਰ ਆਰ ਪੇਂਟਰਸ, ਉਹ ਦੋਨੇ ਪੇਂਟਰਸ ਨੇ। ਬਹਿਰਮਨ ਵੀ ਜਿਹੜਾ ਵਾ ਉਹ ਵੀ ਇੱਕ ਪੇਂਟਰ ਆ। ਅਤੇ ਕਿਸ ਤਰੀਕੇ ਨਾਲ ਇਹਨਾਂ ਦੀ ਲਾਈਫ ਚੱਲਦੀ ਆ ਅਤੇ ਕਿਹੜੇ ਪ੍ਰੋਬਲਮਸ ਇਹਨਾਂ ਨੂੰ ਫੇਸ ਆਊਟ ਹੁੰਦੀਆਂ ਨੇ ਅਤੇ ਕਿਸ ਤਰੀਕੇ ਨਾਲ ਬਹਿਰਮਨ ਇਹਨੂੰ ਹੈਲਪ ਕਰਦਾ, ਉਹ ਅਸੀਂ ਇਸ ਸਟੋਰੀ ਦੇ ਵਿੱਚੋਂ ਪੜ੍ਹਦੇ ਹਾਂ ਵਿਦ ਦੀ ਹੈਲਪ ਆਫ ਦੇਅਰ ਪਿਕਚਰਸ। I hope it is makes so attractive for you and you also be learn and remember their story with easy way. Now we start from this। ਵੀ ਜੌਨਸੀ ਇੱਕ ਦਿਨ ਫੀਲ ਕਰਦੀ ਆ, ਨਵੰਬਰ ਦੇ ਦਿਨ ਹੁੰਦੇ ਆ, ਉਹ ਬੜੀ ਸੀਰੀਅਸਲੀ ਇਲ ਹੋ ਜਾਂਦੀ ਆ, ਯਾਨੀ ਕਿ ਬਿਮਾਰ ਹੋ ਜਾਂਦੀ ਆ। ਜੌਨਸੀ ਜਿਹੜੀ ਕਿ ਇੱਕ ਪੇਂਟਰ ਆ, ਐਜ਼ ਏ ਪ੍ਰੋਫੈਸ਼ਨ ਉਹਦਾ ਪੇਂਟਰ ਆ, ਅਤੇ ਜਿਹੜੀ ਉਹਦੇ ਨਾਲ ਸਿਸਟਰ ਆ ਯਾਨੀ ਕਿ ਉਹਦੀ ਫਰੈਂਡ ਆ ਉਹਨੂੰ ਐਜ਼ ਏ ਸਿਸਟਰ ਟਰੀਟ ਕਰਦੀ ਆ, ਨਾਮ ਹੈ ਸ਼ੂ। ਉਹਦੀ ਬੈਸਟ ਫਰੈਂਡ ਆ, ਉਹ ਵੀ ਇੱਕ ਪੇਂਟਰ ਆ। ਦੋਨੋਂ ਪੇਂਟਰਸ ਨੇ, ਯੰਗੈਸਟ ਆਰਟਿਸਟ ਨੇ ਅਤੇ ਇਹਨਾਂ ਨੂੰ ਪੇਂਟਿੰਗ ਕਰਨਾ ਬਹੁਤ ਵਧੀਆ ਲੱਗਦਾ। ਬਟ ਇੱਕ ਵਾਰ ਨਵੰਬਰ ਦੇ ਵਿੱਚ ਜੌਨਸੀ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਸੀਰੀਅਸਲੀ ਬਿਮਾਰ ਪੈ ਜਾਂਦੀ ਆ। ਸ਼ੂ ਜਿਹੜੀ ਹੁੰਦੀ ਆ ਉਹਦੀ ਫਰੈਂਡ ਆ, ਉਹ ਕੀ ਆ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦੀ ਆ ਵੀ ਮੇਰੀ ਫਰੈਂਡ ਨੂੰ ਕੀ ਹੋਇਆ। ਤਾਂ ਉਹ ਕੀ ਕਰਦੀ ਆ, ਡਾਕਟਰਸ ਨੂੰ ਕਾਲ ਕਰਦੀ ਆ ਅਤੇ ਡਾਕਟਰ ਉਹਨੂੰ ਐਗਜ਼ਾਮਿਨ ਕਰਨ ਦੇ ਲਈ ਘਰ ਦੇ ਵਿੱਚ ਆਉਂਦੇ ਨੇ। ਜਿਹੜੀ ਜੌਨਸੀ ਹੁੰਦੀ ਆ ਉਹ ਹਮੇਸ਼ਾ ਕੀ ਆ, ਜਦੋਂ ਬਿਮਾਰ ਪੈ ਜਾਂਦੀ ਆ ਉਹ ਬਾਹਰ ਦੇਖਦੀ ਰਹਿੰਦੀ ਆ ਅਤੇ ਉਹ ਹੁਣ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦੀ, ਕਿਸੇ ਨੂੰ ਇੰਨੀ ਜ਼ਿਆਦਾ ਗੱਲ ਨਹੀਂ ਕਰਦੀ ਅਤੇ ਉਹ ਹੁਣ ਕਿਸੇ ਵੀ ਚੀਜ਼ ਦੇ ਵਿੱਚ ਉਹਦਾ ਮਨ ਨਹੀਂ ਲੱਗਦਾ। ਉਹ ਘਰ ਦੀ ਇੱਕ ਵਿੰਡੋ ਆ, ਵਿੰਡੋ ਦੇ ਵਿੱਚੋਂ ਹਮੇਸ਼ਾ ਬਾਹਰ ਹੀ ਦੇਖਦੀ ਰਹਿੰਦੀ ਆ। ਡਾਕਟਰ ਸਾਹਿਬ ਜਿਹੜੇ ਨੇ ਉਹਨੂੰ ਐਗਜ਼ਾਮਿਨ ਕਰਦੇ ਆ ਅਤੇ ਉਹਨੂੰ ਦੇਖ ਕੇ ਦੱਸਦੇ ਆ ਵੀ ਇਹਨੂੰ ਕੀ ਆ, ਨਿਮੋਨੀਆ ਹੋਇਆ ਵਾ। ਇਹ ਜਿਹੜੀ ਆਮ ਬਿਮਾਰੀ ਸੀ ਉਸ ਸਮੇਂ ਦੀ, ਵੀ ਜਿਹੜੀ ਹਰੇਕ ਨੂੰ ਹੋ ਜਾਂਦੀ ਸੀ। ਅਤੇ ਉਹ ਕਹਿੰਦੇ ਵੀ ਜਿਹੜਾ ਜੌਨਸੀ ਆ ਉਹਦੀ ਕੰਡੀਸ਼ਨ ਦੇ ਵਿੱਚ ਰਿਕਵਰੀ ਹੋ ਜਾਏਗੀ, ਬਟ ਉਹਨਾਂ ਨੂੰ ਡਾਕਟਰ ਨੇ ਜਿਹੜਾ ਸ਼ੂ ਨੂੰ ਦੱਸਿਆ ਵੀ ਉਹਦੀ ਕੰਡੀਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ। ਬਟ ਸ਼ੂ ਦੇ ਸਾਹਮਣੇ ਇਹ ਚੀਜ਼ ਸ਼ੋ ਕੀਤੀ ਵੀ ਉਹ ਠੀਕ ਹੈ, ਉਹਨੂੰ ਕੋਈ ਜ਼ਿਆਦਾ ਖਾਸ ਬਿਮਾਰੀ ਨਹੀਂ, ਜਸਟ ਫੀਵਰ ਆ। ਅਤੇ ਸ਼ੂ ਨੂੰ ਦੱਸਦੇ ਆ ਵੀ ਜਿਹੜੀ ਜੌਨਸੀ ਆ ਉਹ ਨਿਮੋਨੀਆ ਨਾਲ ਸਫਰ ਕਰ ਰਹੀ ਹੈ। ਡਾਕਟਰ ਨੇ ਫਿਰ ਉਹਨੂੰ ਦੱਸਿਆ ਵੀ ਇਹ ਕੀ ਆ, ਇਹਨੂੰ ਹੁਣ ਕੋਈ ਵੀ ਮੈਡੀਸਨ ਇਹਦੀ ਹੈਲਪ ਨਹੀਂ ਕਰ ਸਕਦੀ। ਕਿਉਂਕਿ ਇਹ ਆਪਣੀ ਨਾ ਡਿਟਰਮੀਨੇਸ਼ਨ ਖੋ ਚੁੱਕੀ ਆ, ਆਪਣੀ ਬੀਇੰਗ ਅਲਾਈਵ ਲੈਣ ਦੇ ਲਈ, ਵੀ ਮੈਂ ਜਿਉਂਦਾ ਨਹੀਂ ਰਹਿਣਾ ਚਾਹੁੰਦੀ। ਉਹਨੂੰ ਕੀ ਆ, ਆਪਣੀ ਜਿਹੜੀ ਹੋਪ ਆ ਉਹ ਖੋ ਚੁੱਕੀ ਆ। ਵੀ ਉਹਨੂੰ ਕੀ ਆ, ਵੀ ਜਦੋਂ ਮੈਡੀਸਨ ਉਦੋਂ ਹੀ ਵਰਕ ਕਰੇਗੀ ਜੇਕਰ ਕਿਸੇ ਪਰਸਨ ਨੂੰ ਇੱਛਾ ਹੋਵੇ ਵੀ ਉਹ ਕੀ ਆ, ਜਿਉਣਾ ਚਾਹੁੰਦਾ ਵਾ। ਬਟ ਉਹ ਕੀ ਆ, ਆਪਣੀ ਜਿਹੜੀ ਹੋਪ ਆ ਉਹਨੂੰ ਲੋਸਟ ਕਰ ਚੁੱਕੀ ਆ। ਉਹਨੂੰ ਹੁਣ ਕੋਈ ਇੱਛਾ ਨਹੀਂ ਹੈ ਜਿਉਂਦੇ ਰਹਿਣ ਦੀ। ਸ਼ੂ ਨੂੰ ਇਸ ਚੀਜ਼ ਨੂੰ ਬਹੁਤ ਜ਼ਿਆਦਾ ਉਹਦੇ ਮਾਈਂਡ ਦੇ ਉੱਤੇ ਅਤੇ ਉਹਦੇ ਦਿਲ ਦੇ ਉੱਤੇ ਕਾਫੀ ਇਫੈਕਟ ਪੈਂਦਾ। ਉਹ ਸੋਚਦੀ ਆ ਵੀ ਮੇਰੀ ਇੰਨੀ ਵਧੀਆ ਸਿਸਟਰ ਦੀ ਤਰ੍ਹਾਂ ਸੀਗੀ ਫਰੈਂਡ, ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ, ਉਹ ਇੱਦਾਂ ਕਿਉਂ ਕਰ ਰਹੀ ਆ। ਉਹ ਇਹਦਾ ਰੀਜ਼ਨ ਜਾਣਨਾ ਚਾਹੁੰਦੀ ਆ, ਬਟ ਜਿਹੜੀ ਜੌਨਸੀ ਆ ਉਹਨੂੰ ਕੁਛ ਵੀ ਨਹੀਂ ਦੱਸਦੀ। ਤਾਂ ਜਿਹੜੀ ਸ਼ੂ ਆ ਉਹ ਟਰਾਈ ਕਰਦੀ ਆ ਵੀ ਕੁਛ ਨਾ ਕੁਛ ਨਵਾਂ ਚੀਜ਼ਾਂ ਕਰਨ ਦੇ ਲਈ, ਜਿਹਦੇ ਵਿੱਚ ਕੀ ਆ ਸ਼ੂ ਦਾ ਇੰਟਰਸਟ ਉਸ ਚੀਜ਼ ਦੇ ਵਿੱਚ ਜਾਵੇ ਅਤੇ ਉਹ ਕੀ ਆ, ਜਿਹੜੀਆਂ ਉਹਦੇ ਮਾਈਂਡ ਦੇ ਵਿੱਚ ਕੁਛ ਕੁ ਗੇਮਸ ਚੱਲ ਰਹੀਆਂ ਨੇ ਜਾਂ ਕੁਛ ਵੀ ਚੀਜ਼ਾਂ ਚੱਲ ਰਹੀਆਂ ਨੇ ਉਹਨੂੰ ਸਟੋਪ ਕਰ ਸਕੇ। ਉਹ ਕੀ ਕਰਦੀ ਆ, ਕੁਛ ਕੁ ਅਜਿਹੀਆਂ ਚੀਜ਼ਾਂ ਲੈ ਕੇ ਆਉਂਦੀ ਆ, ਥਿੰਗਸ ਅਰਾਊਂਡ ਅਸ ਰੱਖ ਦਿੰਦੀ ਆ ਉਹਦੇ, ਵੀ ਜਿਹੜੀਆਂ ਉਹਨੂੰ ਪਸੰਦ ਸੀਗੀਆਂ। ਸ਼ੀ ਵਾਜ਼ ਲਾਈਕ, ਜਿਹੜੀਆਂ ਉਹ ਥਿੰਗਸ ਨੂੰ ਲਾਈਕ ਕਰਦੀ ਸੀ, ਉਹਦੇ ਜਿਹੜੇ ਬੈਡਰੂਮ ਆ ਉਹਦੇ ਰੂਮ ਦੇ ਵਿੱਚ ਉਹ ਲਿਆ ਕੇ ਰੱਖ ਦਿੰਦੀ ਆ। ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਆਲੇ ਦੁਆਲੇ ਉਹਨਾਂ ਨੇ ਰੱਖ ਦਿੰਦੀ ਆ, ਤਾਂ ਜੋ ਕੀ ਆ ਉਸ ਚੀਜ਼ ਨੂੰ ਦੇਖ ਕੇ ਉਹਦਾ ਮਨ ਜਿਹਾ ਕੁਛ ਤਾਂ ਹੋਵੇ, ਕੁਛ ਤਾਂ ਬੋਲੇ। ਬਟ ਜਿਹੜੀ ਜੌਨਸੀ ਆ
ਉਹਨੂੰ ਇਹ ਚੀਜ਼ਾਂ ਜਮਾ ਹੀ ਨਹੀਂ, ਰਿਸਪੌਂਸ ਹੀ ਨਹੀਂ ਕਰਦੀ ਵੀ ਉਹ ਜਦੋਂ ਉਹਨੂੰ ਫਰੋਕ ਦਿਖਾਉਂਦੀ ਆ, ਉਹਨੂੰ ਹੋਰ ਡਰੈਸਿਸ ਦਿਖਾਉਂਦੀ ਆ, ਨਿਊ ਡਰੈਸਿਸ ਦਿਖਾਉਂਦੀ ਆ, ਫੈਂਸੀਜ਼ ਥਿੰਗਸ ਦਿਖਾਉਂਦੀ ਆ, ਬਟ ਜਿਹੜੀ ਜੌਨਸੀ ਹੁੰਦੀ ਆ ਉਹ ਕੋਈ ਰਿਸਪੌਂਸ ਨਹੀਂ ਕਰਦੀ। ਉਹ ਹਲੇ ਵੀ ਆਪਣੀ ਜਿਹੜੀ ਰੂਮ ਦੀ ਵਿੰਡੋ ਆ ਉਹਦੇ ਨਾਲ ਉਹ ਬਾਹਰ ਦੇਖਦੀ ਰਹਿੰਦੀ ਆ। ਸ਼ੂ ਨੂੰ ਹੁਣ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਵੀ ਉਹਨੂੰ ਕੀ ਆ ਵੀ ਜਿਹੜੀ ਜੌਨਸੀ ਆ ਉਹਨੂੰ ਪਤਾ ਨਹੀਂ ਕੀ ਚੀਜ਼ ਹੋ ਗਿਆ, ਕਿਉਂ ਨਹੀਂ ਰਿਸਪੌਂਸ ਕਰ ਰਹੀ, ਉਹ ਕੁਛ ਵੀ ਨਹੀਂ ਬੋਲਦੀ ਹੈਗੀ, ਨਾ ਕੁਛ ਖਾ ਰਹੀ ਆ। ਤਾਂ ਹੁਣ ਸ਼ੂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਵੀ ਉਹ ਆਪਣੀ ਫਰੈਂਡ ਨੂੰ ਕਿਸ ਤਰੀਕੇ ਨਾਲ ਕਨਵਿੰਸ ਕਰੇ ਕਿ ਸ਼ੀ ਵਾਜ਼ ਆਲ ਰਾਈਟ, ਵੀ ਉਹਨੂੰ ਕਿਸ ਤਰੀਕੇ ਨਾਲ ਕਨਵਿੰਸ ਕਰੇ ਵੀ ਉਹ ਹੁਣ ਠੀਕ ਆ। ਬਟ ਜਿਹੜੀ ਜੌਨਸੀ ਆ ਉਹ ਕੁਛ ਵੀ ਨਹੀਂ ਕਰਦੀ। ਤਾਂ ਸ਼ੂ ਸੋਚਦੀ ਆ ਵੀ ਅਸੀਂ ਦੋਨੀ ਪੇਂਟਰ ਆ। ਉਹ ਪੇਂਟਿੰਗ ਉਹਨੇ ਤਾਂ ਹੀ ਚੂਜ਼ ਕੀਤੀ ਆ ਕਿਉਂਕਿ ਉਹ ਕੀ ਆ ਉਹਦਾ ਇੰਟਰਸਟ ਸੀ ਉਸ ਚੀਜ਼ ਦੇ ਵਿੱਚ। ਤਾਂ ਸ਼ੂ ਜਿਹੜੀ ਆ ਉਹ ਸਟਾਰਟ ਕਰਦੀ ਆ ਪੇਂਟਿੰਗ ਕਰਨਾ। ਉਹ ਉਹਨੂੰ ਵੀ ਇਨਵਾਈਟ ਕਰਦੀ ਆ ਵੀ ਤੁਸੀਂ ਵੀ ਆਓ। ਉਹ ਜਾਣ ਕੇ ਕਲਰ ਜਿਹੜੇ ਨੇ ਉਹ ਗਲਤ ਭਰਦੀ ਆ ਤਾਂ ਜੋ ਕੀ ਆ ਵੀ ਜੌਨਸੀ ਉਹਦੇ ਕੰਨੀ ਦੇਖ ਕੇ ਉਹਦੇ ਉੱਤੇ ਭੜਕ ਕੇ, ਜਿੱਦਾਂ ਉਹ ਪਹਿਲਾਂ ਭੜਕਦੀ ਹੁੰਦੀ ਸੀ, ਅਤੇ ਉਹਨੂੰ ਰੋਕ ਕੇ ਵੀ ਇਹ ਚੀਜ਼ ਨਹੀਂ ਕਰਨੀ, ਕਲਰ ਇੱਥੇ ਭਰਨਾ ਵਾ। ਬਟ ਜਿਹੜੀ ਹੁਣ ਜੌਨਸੀ ਆ ਉਹ ਕੁਛ ਵੀ ਨਹੀਂ ਬੋਲ ਰਹੀ। ਉਹ ਈਵਨ ਉਹਨੇ ਪੇਂਟਿੰਗ ਕਰਨ ਦੇਖਿਆ ਵੀ ਨਹੀਂ ਵੀ ਜਿੱਥੇ ਜਿਹੜੀ ਸ਼ੂ ਆ ਉਹ ਪੇਂਟਿੰਗ ਕ੍ਰੀਏਟ ਕਰ ਰਹੀ ਆ, ਉਹ ਬਾਹਰ ਦੇਖਦੀ ਰਹੀ ਆ। ਤਾਂ ਸ਼ੂ ਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਵੀ ਉਹ ਇਸ ਚੀਜ਼ ਨੂੰ ਕਿਉਂ ਇੱਦਾਂ ਕਰ ਰਹੀ ਆ। ਤਾਂ ਜਿਹੜੀ ਸ਼ੂ ਹੁੰਦੀ ਆ ਉਹ ਜੌਨਸੀ ਨੂੰ ਪੁੱਛਦੀ ਆ ਵਾਈ ਆਰ ਯੂ ਲੁਕਿੰਗ ਆਊਟਸਾਈਡ। ਉਹਨੂੰ ਪੁੱਛਦੀ ਆ ਵੀ ਤੁਸੀਂ ਬਾਹਰ ਕਿਉਂ ਦੇਖ ਰਹੇ ਹੋ। ਤਾਂ ਜਿਹੜੀ ਜੌਨਸੀ ਆ ਉਹ ਰਿਪਲਾਈ ਕਰਦੀ ਆ ਆਈ ਵਿਲ ਸੀ ਦੇਅਰ ਆਈਵੀ ਵਾਈਨ। ਇੱਕ ਛੋਟੀ ਜਿਹੀ ਬੇਲ ਆ, ਕਹਿੰਦੀ ਆਈ ਵਿਲ ਸੀ ਦੈਟ ਵੀ ਆਰ in number of days we are the leaf of the vines will be fell down। ਵੀ ਜਿਹੜੇ ਉਹਦੇ ਲੀਵਸ ਨੇ ਉਹ ਕੀ ਨੇ, ਹਮੇਸ਼ਾ ਟੁੱਟਦੇ ਅਤੇ ਡਿੱਗਦੇ ਰਹਿੰਦੇ ਆ। ਕਹਿੰਦੇ ਇਸੇ ਤਰੀਕੇ ਨਾਲ ਮੈਨੂੰ ਐਂ ਲੱਗ ਰਿਹਾ ਵੀ ਮੇਰੀ ਜਿਹੜੀ ਲਾਈਫ ਆ ਉਹ ਉਸ ਬੇਲ ਦੇ ਉੱਤੇ ਲੱਗੀ ਹੋਈ ਆ ਵੀ ਜੇਕਰ ਕਿ ਜਿਸ ਦਿਨ ਵੀ ਆਲ ਲੀਵਸ ਆਰ ਫੈਲ ਡਾਊਨ ਆਈ ਵਿਲ ਡਾਈਡ। ਵੀ ਕਹਿੰਦੀ ਜਦੋਂ ਉਹਦੇ ਸਾਰੇ ਪੱਤੇ ਡਿੱਗ ਗਏ ਤਾਂ ਮੈਂ ਕੀ ਆ, ਮੈਂ ਵੀ ਮਰ ਜੂੰਗੀ। ਜਿਹੜੀ ਸ਼ੂ ਆ ਉਹਨੂੰ ਇਹ ਚੀਜ਼ ਬੜੀ ਹੈਰਾਨ ਲੱਗਦੀ ਹੈ ਵੀ ਕਿਸ ਤਰੀਕੇ ਨਾਲ ਇੱਕ ਪਰਸਨ ਜਿਹੜਾ ਵਾ ਉਹਦੇ ਬਲੀਫਸ ਕਿੱਦਾਂ ਚੇਂਜ ਹੋ ਜਾਂਦੇ ਆ। ਉਹ ਕਿਸ ਤਰੀਕੇ ਨਾਲ ਵੀ ਇੱਕ ਵਾਈਨ, ਆਈਵੀ ਵਾਈਨ ਨੂੰ ਆਪਣੇ ਨਾਲ ਕੰਪੇਅਰ ਕਰ ਰਹੀ ਆ। ਉਹ ਹਿਊਮਨ ਆ ਅਤੇ ਉਹਦੇ ਇੱਕ ਨੇਚਰ ਹੀ ਆ, ਕਿਉਂਕਿ ਕੁਦਰਤ ਦੀ ਇੱਕ ਨੇਚਰ ਆ ਵੀ ਜਿਹੜੇ ਉਹਦੇ ਲੀਵਸ ਨੇ ਉਸ ਨਵੰਬਰ ਦੇ ਮੰਥ ਦੇ ਵਿੱਚ, ਵਿੰਟਰ ਦੇ ਵਿੱਚ ਉਹ ਨਿਊ ਪੱਤੇ ਆਉਣੇ ਹੁੰਦੇ ਆ, ਤਾਂ ਉਹਦੇ ਲੀਵਸ ਜਿਹੜੇ ਹੁੰਦੇ ਆ ਉਹ ਫੈਲ ਡਾਊਨ ਕਰਦੇ ਆ। ਵੀ ਕਿਸ ਤਰੀਕੇ ਨਾਲ ਜੌਨਸੀ ਨੇ ਉਹਨੂੰ ਓਬਜ਼ਰਵ ਕੀਤਾ। ਅਤੇ ਜਿਹੜੀ ਸ਼ੂ ਆ ਉਹਨੂੰ ਵੈਸੇ ਪਹਿਲਾਂ ਬਹੁਤ ਸਮਝਾਉਂਦੀ ਆ ਵੀ ਇੱਦਾਂ ਨਹੀਂ ਹੁੰਦਾ, ਵੀ ਇਹ ਤਾਂ ਕ੍ਰੀਏਚਰ ਆ, ਵੀ ਜਿਹੜੇ ਨਿਊ ਲੀਫਸ ਆਉਣੇ ਹੁੰਦੇ ਆ ਤਾਂ ਕਰਕੇ ਓਲਡ ਢਹਿ ਜਾਂਦੇ ਆ ਜਾਂ ਟੁੱਟ ਜਾਂਦੇ ਆ। ਬਟ ਜਿਹੜੀ ਜੌਨਸੀ ਆ ਉਸ ਚੀਜ਼ ਉੱਤੇ ਬਿਲੀਫ ਨਹੀਂ ਕਰਦੀ, ਹਲੇ ਵੀ ਉਹ ਕੀ ਆ ਉਵੇਂ ਹੀ ਉਸ ਚੀਜ਼ ਨੂੰ ਦੇਖਦੀ ਰਹਿੰਦੀ ਆ। ਸ਼ੂ ਹੁਣ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਕਿਉਂਕਿ ਉਹਨੂੰ ਪਤਾ ਵਾ ਲਾਸਟ ਲੀਫ ਕਦੀ ਨਾ ਕਦੀ ਤਾਂ ਟੁੱਟੇਗਾ ਹੀ। ਜੇਕਰ ਉਹ ਟੁੱਟ ਗਿਆ ਤਾਂ ਫਿਰ ਇਹਨੂੰ ਇਹ ਲੱਗੇਗਾ ਵੀ ਇਹਦੀ ਵੀ ਲਾਈਫ ਸਪੈਂਡ ਹੋ ਗਈ ਅਤੇ ਉਹ ਕੀ ਆ ਸਵਾਈਲ ਹੋ ਚੁੱਕੀ ਆ ਅਤੇ ਹੁਣ ਉਹ ਕੀ ਆ ਉਹਨੂੰ ਡੈਥ ਦੇ ਨੀਅਰ ਆ। ਅਤੇ ਸ਼ੂ ਨੂੰ ਇਹਦੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਆ। ਸ਼ੂ ਸੋਚਦੀ ਆ ਵੀ ਕਿਉਂ ਨਾ ਇੱਕ ਕੰਮ ਕੀਤਾ ਜਾਵੇ ਵੀ ਮੈਂ ਇਸ ਚੀਜ਼ ਦੇ ਰਿਲੇਟਡ, ਕਿਉਂਕਿ ਮੈਂ ਪੇਂਟਰ ਹਾਂ, ਵੀ ਮੈਂ ਕਿਉਂ ਨਾ ਇਹਦੇ ਇਹੋ ਜਿਹੀ ਲੀਫ ਕੋਈ ਬਣਾ ਲਵਾਂ। ਬਟ ਉਹ ਟਰਾਈ ਕਰਦੀ ਆ, ਬਟ ਉਹਦਾ ਜਿਹੜਾ ਲੀਫ ਆ ਉਸ ਕੰਪੇਅਰ ਨਹੀਂ ਹੁੰਦਾ ਹੈਗਾ। ਤਾਂ ਉਹਨੂੰ ਇੱਕ ਚੀਜ਼ ਪਤਾ ਲੱਗਦੀ ਆ ਵੀ ਉਹਨਾਂ ਦੇ ਜਿੱਥੇ ਉਹ ਰਹਿ ਰਹੇ ਨੇ ਉਹਦੇ ਲੋਅਰ ਫਲੋਰ ਦੇ ਉੱਤੇ ਇੱਕ ਪਰਸਨ ਆ ਵੀ ਜਿਹੜਾ ਬਹਿਰਮਨ ਆ, ਉਹਦੇ ਬਾਰੇ ਉਹਨੇ ਸੁਣਿਆ ਸੀ। ਉਹ ਫਿਰ ਉਹਨੂੰ ਦੱਸਦੀ ਆ, ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੀ ਆ ਵੀ ਡਾਕਟਰ ਜਿਹੜੇ ਸੀਗੇ ਉਹ ਕੌਨਫੀਡੈਂਟਲ ਸੀਗੇ ਵੀ ਤੁਸੀਂ ਕੀ ਹੋ, ਠੀਕ ਹੋ ਜਾਓਗੇ, ਆ ਲੀਫ ਦਾ ਕੋਈ ਚੱਕਰ ਨਹੀਂ ਹੈ, ਵੀ ਤੁਹਾਨੂੰ ਲੀਫ ਦੇ ਨਾਲ ਕੋਈ ਪ੍ਰੋਬਲਮ ਨਹੀਂ, ਲੀਫ ਤਾਂ ਡਿੱਗਦੇ ਰਹਿਣਗੇ ਜਾਂ ਨਵੇਂ ਆਉਂਦੇ ਰਹਿਣਗੇ, ਤੁਹਾਡੀ ਲਾਈਫ ਤਾਂ ਚੱਲਦੀ ਰਹਿਣੀ ਹੈ, ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਇੱਕਦਮ ਰਿਕਵਰ ਹੋ ਸਕਦੇ ਹੋ। ਪਰ ਜਿਹੜੀ ਉਹ ਜੌਨਸੀ ਆ ਉਹਨੂੰ ਪਤਾ ਹੁੰਦਾ, ਉਹ ਕਹਿੰਦੀ ਨਹੀਂ ਜੀ ਮੈਂ ਹੁਣ ਠੀਕ ਨਹੀਂ ਹੋ ਸਕਦੀ, ਜਸਟ ਮੈਂ ਇਹ ਲੀਫ ਨੂੰ ਦੇਖਦੇ ਦੇਖਦੇ ਹੀ ਜੇਕਰ ਜਿੱਦਣ ਲਾਸਟ ਲੀਫ ਗਿਰਿਆ ਤਾਂ ਮੈਂ ਮਰ ਜੂੰਗੀ। ਤਾਂ ਪਲੀਜ਼ ਮੈਨੂੰ ਡਿਸਟਰਬ ਨਾ ਕਰੋ, ਮੈਂ ਜਸਟ ਉਹਨੂੰ ਦੇਖ ਕੇ ਹੀ ਓਬਜ਼ਰਵ ਕਰਨਾ ਚਾਹੁੰਦੀ ਹਾਂ, ਮੇਰਾ ਟਾਈਮ ਵੇਸਟ ਨਾ ਕਰੋ। ਤਾਂ ਜੌਨਸੀ ਹੋਰ ਜ਼ਿਆਦਾ ਟੈਨਸ਼ਨ 'ਚ ਆਉਂਦੀ ਆ। ਹੁਣ ਜਦੋਂ ਉਹ ਬਹਿਰਮਨ ਬਾਰੇ ਸੋਚਦੀ ਆ ਤਾਂ ਉਹ ਬਹਿਰਮਨ ਦੇ ਕੋਲ ਜਾਂਦੀ ਆ। ਬਹਿਰਮਨ ਕੌਣ ਆ? ਹੀ ਵਾਜ਼ ਟੂ ਦੇ 60 ਈਅਰ ਓਲਡ ਪੇਂਟਰਸ, ਵੀ ਉਹ 60 ਈਅਰ ਓਲਡ ਪੇਂਟਰ ਆ। ਹੀ ਵਾਜ਼ ਗ੍ਰੇਟ ਆਰਟਿਸਟ, ਉਹ ਇੱਕ ਬਹੁਤ ਵਧੀਆ ਆਰਟਿਸਟ ਆ, ਮਹਾਨ ਆਰਟਿਸਟ ਆ। ਉਹ ਹਰੇਕ ਚੀਜ਼ ਨੂੰ ਦੇਖ ਕੇ ਉਹਦੀ ਪੇਂਟਿੰਗ ਈਜ਼ੀਲੀ ਡਿਕਟੋ ਬਣਾ ਦਿੰਦਾ। ਜਿਵੇਂ ਆ ਪਿਕਚਰ ਦੇ ਵਿੱਚ ਦਿਖ ਰਿਹਾ, ਉਹ ਇੱਕ ਬੈਗਰ ਦੀ ਪਿਕਚਰ ਬਣਾ ਰਿਹਾ ਵਾ ਅਤੇ ਉਹ ਡਿਕਟੋ ਉਹਦੀ ਪਿਕਚਰ ਉਹਦੀ ਪੇਂਟ ਕਰ ਰਿਹਾ ਵਾ। ਤਾਂ ਇਸੇ ਤਰੀਕੇ ਨਾਲ ਜਿਹੜਾ ਬਹਿਰਮਨ ਹੁੰਦਾ ਵਾ ਉਹਨੂੰ ਇਸ ਚੀਜ਼ ਦੇ ਵਿੱਚ ਇੰਟਰਸਟ ਹੁੰਦਾ, ਉਹ ਚਾਹੁੰਦਾ ਹੁੰਦਾ ਵੀ ਆਪਣੀ ਲਾਈਫ ਦੇ ਵਿੱਚ ਕੋਈ ਅਜਿਹਾ ਮਾਸਟਰਪੀਸ ਬਣਾਵੇ ਜਿਹੜਾ ਕਿ ਉਹਦੀ ਲਾਈਫ ਨੂੰ ਚੇਂਜ ਕਰ ਦੇਵੇ ਅਤੇ ਉਹਨੂੰ ਹਰ ਇੱਕ ਕੋਈ ਯਾਦ ਰੱਖੇ। ਤਾਂ ਬਹਿਰਮਨ ਇਹ ਚੀਜ਼ ਪੇਂਟ ਕਰਨਾ ਚਾਹੁੰਦਾ ਸੀ, ਹਮੇਸ਼ਾ ਉਹਦੇ ਮਨ ਦੇ ਵਿੱਚ ਸੀ। ਤਾਂ ਜਦੋਂ ਪੇਂਟਿੰਗ ਬਣਾ ਰਿਹਾ ਸੀ ਤਾਂ ਜਿਹੜੀ ਸ਼ੂ ਸੀ ਉਹਦੇ ਕੋਲ ਆਉਂਦੀ ਆ ਅਤੇ ਉਹਨੂੰ ਸਾਰੀ ਗੱਲ ਦੱਸਦੀ ਆ ਵੀ ਇੱਦਾਂ ਇੱਦਾਂ ਵਾ, ਵੀ ਜਿਹੜੀ ਜੌਨਸੀ ਆ ਉਹ ਕੀ ਆ ਉਹਦੀ ਡੈਥ ਦੇ ਨੀਅਰ ਬਾਏ ਆ। ਤਾਂ ਉਹਨੂੰ ਹਮੇਸ਼ਾ ਉਹਨੂੰ ਕਹਿੰਦੀ ਆ ਵੀ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਉਹਨੂੰ ਕਨਵਿੰਸ ਕਰੋ ਵੀ ਉਹ ਕੀ ਆ ਦੁਬਾਰਾ ਤੋਂ ਪੇਂਟਿੰਗ ਸਟਾਰਟ ਕਰ ਦੇਵੇ ਅਤੇ ਉਹ ਕੀ ਆ ਆਪਣੀ ਜਿਹੜੇ ਡਿਪਰੈਸ਼ਨ ਆ ਉਹਦੇ ਵਿੱਚੋਂ ਬਾਹਰ ਨਿਕਲ ਸਕੇ। ਤਾਂ ਬਹਿਰਮਨ ਉਹਦੀ ਗੱਲ ਸੁਣਦਾ ਵਾ ਅਤੇ ਉਹ ਸਾਰੀ ਗੱਲ ਸਮਝ ਜਾਂਦਾ ਵਾ। ਉਹ ਸੋਚਦਾ ਵੀ ਚਲੋ ਕੋਈ ਨਹੀਂ, ਮੈਂ ਵੀ ਇੱਕ ਵਾਰ ਟਰਾਈ ਕਰ ਲੂੰਗਾ। ਹੁਣ ਉਹ ਪਹਿਲਾਂ ਬਾਹਰ ਆਪ ਦੇਖਦਾ ਵੀ ਉੱਥੇ ਕੀ ਹੁੰਦਾ, ਇੱਕ ਵਾਈਨ ਹੁੰਦੇ ਆ,
ਵਾਈਨ ਦੇ ਉੱਤੇ ਜਿਹੜੇ ਲੀਵਸ ਹੁੰਦੇ ਆ ਉਹਦੇ ਵਿੱਚ ਲੀਵਸ ਜਿਹੜੇ ਹੁੰਦੇ ਆ ਬਹੁਤ ਥੋੜ੍ਹੇ ਰਹਿ ਜਾਂਦੇ ਆ, ਲੈਫਟ ਆਫ ਥੋੜ੍ਹੇ ਰਹਿ ਜਾਂਦੇ ਆ, ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਸਰਵਾਈਵ ਕਰਨਾ ਉਹਦੇ ਬਾਰੇ ਉਹ ਸੋਚ ਰਿਹਾ ਹੁੰਦਾ ਵਾ। ਬੈਰਮਨ ਜਾਂਦਾ ਵਾ ਨੈਕਸਟ ਡੇ, ਉਹ ਜਿਹੜਾ ਉਹਦਾ ਨੈਕਸਟ ਰੂਮ ਹੁੰਦਾ ਵਾ ਉਹਦੇ ਵਿੱਚ ਜਾਂਦਾ ਵਾ ਅਤੇ ਜੌਨਸੀ ਨੂੰ ਦੇਖਦਾ ਵਾ, ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ, ਪਰ ਜੌਨਸੀ ਸੇਮ ਰਿਪਲਾਈ ਕਰਦੀ ਹੈ ਜਿਹੜਾ ਉਹਨੇ ਸ਼ੂ ਨੂੰ ਕੀਤਾ। ਬੈਰਮਨ ਫਿਰ ਇੱਕ ਦਿਨ ਕੀ ਕਹਿੰਦਾ, ਬੈਰਮਨ ਜਦੋਂ ਉਹਨੂੰ ਦੇਖਦਾ ਵੀ ਵਾਈਨਸ ਦੇ ਬਹੁਤ ਥੋੜ੍ਹੇ ਲੀਫ ਰਹਿ ਗਏ ਨੇ, ਤਾਂ ਉਹ ਸੋਚਦਾ ਵੀ ਕੋਈ ਗੱਲ ਨਹੀਂ, ਮੈਂ ਦੇਖਦਾ ਵਾਂ ਇਹਦੇ ਵਿੱਚ ਕੀ ਹੋ ਸਕਦਾ ਵਾ, ਤਾਂ ਕੁਛ ਵੀ ਨਹੀਂ ਕਹਿੰਦਾ ਹੈਗਾ। ਇੱਕ ਦਿਨ ਕੀ ਹੁੰਦਾ ਵਾ, ਬੈਰਮਨ ਉਹਨੂੰ ਕਹਿੰਦਾ ਵੀ ਜਿਹੜੇ ਜੌਨਸੀ ਹੋਏਗੀ ਜੇਕਰ ਸੁੱਤੀ ਪਈ ਹੋਏਗੀ ਤਾਂ ਪਲੀਜ਼ ਉਹਦੇ ਜਿਹੜੇ ਕਾਰਟਨਸ ਨੇ ਉਹ ਲਗਾ ਦੇਣੇ ਆ, ਤਾਂ ਜੋ ਕਿ ਉਹਨੂੰ ਲਾਸਟ ਲੀਫ ਜਾਂ ਲੀਫ ਜਿਹੜੇ ਨੇ ਉਹ ਦਿਖਣ ਨਾ। ਹੁਣ ਜਿਹੜਾ ਲੀਫ ਆ ਉਹ ਸਿਰਫ ਲਾਸਟ ਲੀਫ ਰਹਿ ਚੁੱਕਿਆ ਵਾ ਉਹਦੇ ਵਾਈਨ ਦੇ ਉੱਤੇ। ਤਾਂ ਬੈਰਮਨ ਕੁਛ ਵੀ ਨਹੀਂ ਕਹਿੰਦਾ ਹੈਗਾ, ਅਤੇ ਕੀ ਹੁੰਦਾ, ਇੰਨੀ ਗੱਲ ਕਹਿ ਕੇ ਉਹ ਵਾਪਸ ਚਲਿਆ ਜਾਂਦਾ ਵਾ। ਅਤੇ ਹੁਣ ਜਿਹੜੀ ਜੌਨਸੀ ਆ ਉਹ ਸੋ ਰਹੀ ਹੁੰਦੀ ਆ, ਅਤੇ ਉਹਦੀ ਵਿੰਡੋ ਜਿਹੜੀ ਹੁੰਦੀ ਆ ਉਹਦੇ ਕਾਰਟਨ ਲਗਾ ਦਿੰਦੀ ਆ ਜਿਹੜੀ ਸ਼ੂ ਹੁੰਦੀ ਆ, ਅਤੇ ਜੌਨਸੀ ਆਪਣੇ ਸੋ ਰਹੀ ਹੁੰਦੀ ਆ। ਅਗਲੇ ਦਿਨ ਕੀ ਹੁੰਦਾ ਵਾ, ਜਿਹੜੀ ਸ਼ੂ ਹੁੰਦੀ ਆ ਅਤੇ ਬੈਰਮਨ ਹੁੰਦੇ ਆ, ਉਹ ਦੋਨੇ ਜਣੇ ਉਹ ਲਾਸਟ ਲੀਫ ਨੂੰ ਦੇਖਦੇ ਆ ਵੀ ਸਿਰਫ ਲਾਸਟ ਲੀਫ ਰਹਿ ਗਿਆ, ਹੁਣ ਉਹਨੂੰ ਕਿਸ ਤਰੀਕੇ ਨਾਲ ਇਹ ਚੀਜ਼ ਨੂੰ ਰੱਖਿਆ ਜਾਵੇ ਜਾਂ ਇਹ ਲਾਸਟ ਲੀਫ ਨੂੰ ਕਿੱਦਾਂ ਬਚਾਇਆ ਜਾਵੇ, ਕਿਉਂਕਿ ਹੁਣ ਕੀ ਆ, ਹਨੇਰੀਆਂ ਆਉਣ ਵਾਲੀਆਂ ਨੇ, ਬਾਰਿਸ਼ ਹੋਏਗੀ ਤਾਂ ਉਹ ਲਾਸਟ ਲੀਫ ਕਦੀ ਨਾ ਕਦੀ ਤਾਂ ਡਿੱਗ ਜਾਏਗਾ, ਤਾਂ ਇਹ ਕਿਸ ਤਰੀਕੇ ਨਾਲ ਇਹਨੂੰ ਠੀਕ ਕੀਤਾ ਜਾਵੇ। ਤਾਂ ਬੈਰਮਨ ਉਹਨੂੰ ਕੁਛ ਨਹੀਂ ਕਹਿੰਦਾ, ਉਹ ਦੇਖਦਾ ਵੀ ਹਾਂਜੀ ਠੀਕ ਆ ਲੀਫ ਆ, ਕੋਈ ਦਿੱਕਤ ਨਹੀਂ, ਕਹਿੰਦੇ ਦੇਖਦੇ ਹਾਂ ਕੀ ਹੋ ਸਕਦਾ ਵਾ। ਬੈਰਮਨ ਕੀ ਕਰਦਾ ਵਾ, ਉਸੇ ਰਾਤ ਨੂੰ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲ ਰਹੀ ਆ, ਮੀਂਹ ਪੈ ਰਿਹਾ ਵਾ, ਉਹ ਕੀ ਕਰਦਾ, ਆਪਣੇ ਪੇਂਟ ਅਤੇ ਬਰੱਸ਼ ਲੈ ਕੇ ਇੱਕ ਬਾਲ ਦੇ ਉੱਤੇ ਕੋਈ ਪੇਂਟਿੰਗ ਬਣਾ ਦਿੰਦਾ ਵਾ। ਬਾਲ ਦੇ ਉੱਤੇ ਉਹ ਪੇਂਟਿੰਗ ਬਣਾਉਣ ਤੋਂ ਬਾਅਦ ਮੀਂਹ ਦੇ ਵਿੱਚ ਗਿੱਲੇ ਹੋਣ ਕਰਕੇ ਉਹ ਕੀ ਹੋ ਜਾਂਦਾ, ਉਹ ਵੀ ਬਿਮਾਰ ਹੋ ਜਾਂਦਾ ਵਾ। ਉਹ ਕਿਸੇ ਨੂੰ ਕੁਛ ਨਹੀਂ ਦੱਸਦਾ ਵੀ ਕੀ ਹੋਇਆ। ਅਤੇ ਉਹ ਜਿਹੜਾ ਬਾਲ ਹੁੰਦਾ, ਬਾਲ ਦੇ ਉੱਤੇ ਉਹ ਕੀ ਡਿਜ਼ਾਈਨ ਕਰਦਾ ਵਾ, ਇੱਕ ਲਾਸਟ ਲੀਫ, ਜਿਹੜਾ ਉਹ ਲੀਫ ਹੁੰਦਾ ਟਿਕਟੋ ਉਹ ਜਿਹਾ ਲੀਫ ਜਿਹੜਾ ਵਾ ਉਹ ਬਾਲ ਦੇ ਉੱਤੇ ਪੇਂਟ ਕਰ ਦਿੰਦਾ, ਜਿਹਦੇ ਉੱਤੇ ਆਈਵੀ ਵਾਈਨ ਗਈ ਹੁੰਦੀ ਆ, ਜਿਹਦੇ ਉੱਤੇ ਬੇਲ ਉਹ ਗਈ ਹੁੰਦੀ ਆ, ਉੱਥੇ ਪੇਂਟ ਕਰ ਦਿੰਦਾ ਅਤੇ ਉਹਦੀ ਪਲੇਸ ਦੇ ਉੱਤੇ ਪ੍ਰਿੰਟ ਕਰਦਾ ਵਾ, ਤਾਂ ਜੋ ਦੇਖਣ ਦੇ ਵਿੱਚ ਸੋ ਰੀਅਲ ਲੱਗਦਾ ਵਾ, ਦੇਖਣ ਦੇ ਵਿੱਚ ਬਹੁਤ ਜ਼ਿਆਦਾ ਰੀਅਲ ਲੱਗਦਾ ਵਾ ਉਹ। ਅਤੇ ਉਹ ਚੀਜ਼ਾਂ ਉੱਥੇ ਪੇਂਟ ਕਰਨ ਤੋਂ ਬਾਅਦ ਜਿਹੜਾ ਬੈਰਮਨ ਹੁੰਦਾ, ਬਾਰਿਸ਼ ਦੇ ਵਿੱਚ ਭਿੱਜਣ ਦੇ ਕਰਕੇ ਉਹਨੂੰ ਵੀ ਕੀ ਹੋ ਜਾਂਦਾ, ਨਿਮੋਨੀਆ ਹੋ ਜਾਂਦਾ। ਨੈਕਸਟ ਡੇ ਜਦੋਂ ਜੌਨਸੀ ਉੱਠਦੀ ਆ ਅਤੇ ਜਿਹੜੀ ਸ਼ੂ ਉੱਠਦੀ ਆ, ਉਹ ਦੇਖਦੇ ਆ ਵੀ ਉਹ ਜਿਹੜਾ ਲਾਸਟ ਲੀਫ ਆ ਉਹ ਇੱਦਾਂ ਦਾ ਉੱਦਾਂ ਹੀ ਉੱਥੇ ਖੜ੍ਹਾ ਵਾ। ਤਾਂ ਜੌਨਸੀ ਨੂੰ ਥੋੜ੍ਹੀ ਜਿਹੀ ਹੋਪ ਹੋ ਜਾਂਦੀ ਆ, ਉਹ ਸੋਚਦੀ ਆ ਵੀ ਦੇਖੋ ਰੱਬ ਨੇ ਮੇਰੀ ਸੈਲ ਸੁਣ ਲਈ, ਵੀ ਦੇਖੋ ਇੰਨੀ ਹਨੇਰੀ ਅਤੇ ਇੰਨਾ ਮੀਂਹ ਚੱਲਿਆ ਤਾਂ ਵੀ ਉਹ ਜਿਹੜਾ ਲਾਸਟ ਲੀਫ ਆ ਉਹ ਟੁੱਟਿਆ ਨਹੀਂ। ਅਤੇ ਉਹਨੂੰ ਦੇਖ ਦੇਖ ਕੇ ਹੁਣ ਉਹਦੇ ਮਨ ਦੇ ਵਿੱਚ ਜਿਹੜੀਆਂ ਇੱਛਾਵਾਂ ਨੇ ਉਹ ਜਾਗਣ ਲੱਗ ਜਾਂਦੀਆਂ ਨੇ ਜਿਉਣ ਦੀਆਂ, ਅਤੇ ਹੁਣ ਉਹ ਖਾਣਾ ਪੀਣਾ ਵੀ ਸਟਾਰਟ ਕਰ ਦਿੰਦੀ ਆ। ਬਟ ਰਿਐਲਿਟੀ ਕੀ ਹੁੰਦੀ ਆ ਵੀ ਜਿਹੜਾ ਬੈਰਮਨ ਹੁੰਦਾ ਵਾ ਲਾਸਟ ਨਾਈਟ ਉਹ ਕੀ ਕਰਦਾ ਵਾ, ਮੀਂਹ ਦੇ ਕਰਕੇ ਅਤੇ ਹਨੇਰੀ ਕਰਕੇ ਉਹ ਜਿਹੜਾ ਲਾਸਟ ਲੀਫ ਹੁੰਦਾ ਉਹ ਟੁੱਟ ਚੁੱਕਿਆ ਹੁੰਦਾ ਵਾ। ਬਟ ਬੈਰਮਨ ਟਿਕਟੋ ਉਹੋ ਜਿਹੀ ਲੀਫ ਜਿਹੜਾ ਵਾ ਬਾਲ ਦੇ ਉੱਤੇ ਪੇਂਟ ਕਰ ਦਿੰਦਾ, ਦੇਖਣ ਦੇ ਵਿੱਚ ਉਹ ਰਿਐਲਿਟੀ ਲੱਗਦੀ ਹੁੰਦੀ, ਉਹ ਪੂਰਾ ਰੀਅਲ ਲੱਗਦਾ ਹੁੰਦਾ ਵਾ। ਅਤੇ ਇਸ ਕਰਕੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਜੇਕਰ ਕੋਈ ਚੀਜ਼ ਪੇਂਟ ਕੀਤੀ ਹੋਵੇ ਤਾਂ ਉਹ ਕਦੇ ਵੀ ਨਹੀਂ ਟੁੱਟ ਸਕਦੀ, ਤਾਂ ਇਸ ਦਾ ਮਤਲਬ ਕੀ ਸੀਗਾ, ਉਹ ਲੀਫ ਕਦੇ ਵੀ ਟੁੱਟ ਨਹੀਂ ਸਕਦਾ ਸੀਗਾ। ਬਟ ਬੈਰਮਨ ਉਹਦੇ ਵਿੱਚ ਮੀਂਹ ਦੇ ਵਿੱਚ ਗਿੱਲਾ ਹੋਣ ਕਰਕੇ ਉਹਨੂੰ ਨਿਮੋਨੀਆ ਹੋ ਗਿਆ ਅਤੇ ਹੁਣ ਆਪਣੇ ਰੂਮ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ ਸੀ। ਹੌਲੀ ਹੌਲੀ ਜਿਹੜਾ ਉਹ ਲੀਫ ਸੀਗਾ ਜਿਹੜਾ ਟੁੱਟ ਚੁੱਕਿਆ ਸੀਗਾ, ਉਹਦੇ ਕਰਕੇ ਜਿਹੜਾ ਓਲਡ ਜਾਂ ਤੁਸੀਂ ਕਹਿ ਦਿਓ ਪੇਂਟਡ ਲੀਫ ਸੀਗਾ, ਉਹਦੇ ਕਰਕੇ ਲੱਗੇ ਰਹਿਣ ਕਰਕੇ ਹੌਲੀ ਹੌਲੀ ਜਿਹੜਾ ਉਹ ਆ ਦਿਨ ਬੀਤਦੇ ਗਏ, ਜਿਹੜੀ ਜੌਨਸੀ ਆ ਉਹ ਰਿਕਵਰ ਹੁੰਦੀ ਗਈ, ਉਹਨੂੰ ਇਸ ਚੀਜ਼ ਦੀ ਖੁਸ਼ੀ ਹੋਈ ਵੀ ਹੁਣ ਉਹ ਕੀ ਆ ਠੀਕ ਹੋ ਰਹੀ ਆ, ਅਤੇ ਹੌਲੀ ਹੌਲੀ ਜਿਹੜੇ ਪੱਤੇ ਨੇ ਉਹ ਵਾਪਸ ਆ ਰਹੇ ਨੇ, ਲੀਫ ਵਾਪਸ ਆ ਰਹੇ ਨੇ, ਕਿਉਂਕਿ ਉਹ ਸੀਜ਼ਨ ਨਿਕਲ ਚੁੱਕਿਆ ਵਾ। ਇੱਕ ਦਿਨ ਜਦੋਂ ਉਹ ਨੀਚੇ ਜਾਂਦੀਆਂ ਨੇ ਅਤੇ ਸ਼ੂ ਜਿਹੜੀ ਆ ਉਹ ਬੈਰਮਨ ਨੂੰ ਦੱਸਣ ਜਾਂਦੀ ਆ, ਤਾਂ ਬੈਰਮਨ ਕੀ ਹੁੰਦਾ ਵਾ ਆਪਣੀ ਲਾਸਟ ਸਟੇਜ ਦੇ ਉੱਤੇ ਹੁੰਦਾ ਵਾ, ਤਾਂ ਬੈਰਮਨ ਨਾਲ ਉਹ ਗੱਲ ਕਰਦੀ ਹੈ ਸ਼ੂ ਵੀ ਤੁਸੀਂ ਕੀ ਹੋਇਆ, ਤੁਸੀਂ ਇੰਨਾ ਕਾਹਤੋਂ ਵੀ ਬਿਮਾਰ ਕਿਉਂ ਹੋ ਗਏ, ਕਿਵੇਂ ਬਿਮਾਰ ਹੋ ਗਏ। ਤਾਂ ਉਹਨੂੰ ਦੱਸਦਾ ਵਾ, ਕਹਿੰਦਾ ਜੀ ਮੈਨੂੰ ਨਿਮੋਨੀਆ ਹੋ ਗਿਆ। ਤਾਂ ਉਹ ਜਦੋਂ ਉਹਦੇ ਕੱਪੜੇ ਦੇਖਦੀ ਆ ਅਤੇ ਪਾਣੀ ਦੇਖਦੀ ਆ ਅਤੇ ਉੱਥੇ ਪੇਂਟ ਦੇਖਦੀ ਆ, ਪੇਂਟ ਦਾ ਕਲਰ ਦੇਖਦੀ ਆ, ਉਹ ਸਮਝ ਜਾਂਦੀ ਆ ਵੀ ਉਹ ਲਾਸਟ ਲੀਫ ਜਿਹੜਾ ਵਾ ਉਹਨੇ ਪੇਂਟ ਕੀਤਾ ਵਾ ਉਹ ਰੀਅਲ ਲੀਫ ਨਹੀਂ ਹੈ, ਸਗੋਂ ਉਹਨੇ ਇੱਕ ਮਾਸਟਰਪੀਸ ਡਿਜ਼ਾਈਨ ਕੀਤਾ ਸੀ। ਅਤੇ ਜਿਹੜਾ ਬੈਰਮਨ ਹੁੰਦਾ ਉਹ ਕਹਿੰਦਾ ਵੀ ਮੇਰਾ ਜਿਹੜਾ ਮਾਸਟਰਪੀਸ ਆ ਉਹ ਲਾਸਟ ਲੀਫ ਹੈ, ਜਿਹੜਾ ਕਿ ਮੈਂ ਪੇਂਟ ਕੀਤਾ ਉਸ ਬੋਲ ਦੇ ਉੱਤੇ, ਅਤੇ ਜਿਹਦੇ ਕਰਕੇ ਜਿਹੜੀ ਜੌਨਸੀ ਆ ਉਹ ਸਰਵਾਈਵ ਕਰ ਰਹੀ ਆ। ਸ਼ੂ ਉਹਦਾ ਥੈਂਕਸ ਕਰਦੀ ਆ ਅਤੇ ਇੰਨੇ ਨੂੰ ਜਿਹੜਾ ਬੈਰਮਨ ਹੁੰਦਾ ਵਾ ਉਹਦੀ ਡੈਥ ਹੋ ਜਾਂਦੀ ਆ। ਅਤੇ ਇਹ ਸੀ ਸਟੋਰੀ ਜਿਹੜੀ ਕਿ ਇੱਕ ਹਿਊਮਨ ਬੀਇੰਗਸ ਦੇ ਨੇਚਰ ਅਤੇ ਉਹਦੇ ਬਿਲੀਫਸ ਦੇ ਉੱਤੇ ਬੇਸਡ ਸੀ। ਨਾਓ ਹੁਣ ਅਸੀਂ ਇਹਦੇ ਜਿਹੜੇ ਕੁਐਸਚਨ ਆਨਸਰ ਨੇ ਉਹ ਕਰਦੇ ਹਾਂ। ਆਈ ਹੋਪ ਤੁਹਾਨੂੰ ਇਹ ਜਿਹੜੀ ਸਟੋਰੀ ਆ ਬਹੁਤ ਇੰਟਰਸਟਿੰਗ ਲੱਗੀ ਹੋਊਗੀ। ਸਟਾਰਟ ਕਰਦੇ ਹਾਂ ਫਸਟ ਕੁਐਸਚਨ ਨੂੰ। ਹੂ ਵਾਜ਼ ਦੀ ਸ਼ੂ ਐਂਡ ਜੌਨਸੀ
ਵਟ ਹੈਪਨ ਟੂ ਦੀਆ ਜੌਨਸੀ, ਸ਼ੂ ਤੇ ਜੌਨਸੀ ਕੌਣ ਸੀਗੇ ਤੇ ਜੌਨਸੀ ਨੂੰ ਕੀ ਹੋਇਆ। ਸ਼ੂ ਐਂਡ ਜੌਨਸੀ ਵਰ ਦੀਆਂ ਟੂ ਯੰਗ ਆਰਟਿਸਟ, ਵੀ ਜਿਹੜੇ ਸ਼ੂ ਤੇ ਜੌਨਸੀ ਸੀਗੇ ਉਹ ਦੋ ਯੰਗ ਆਰਟਿਸਟ ਸੀਗੇ। ਜੌਨਸੀ ਵਾਸ ਟੂ ਦੀਆ ਸੀਰੀਅਸਲੀ ਇਲ, ਸ਼ੀ ਹੈਡ ਟੂ ਦੀਆ ਨਿਮੋਨੀਆ, ਵੀ ਜਿਹੜੀ ਜੌਨਸੀ ਸੀਗੀ ਉਹ ਕੀ ਸੀ, ਬਹੁਤ ਜ਼ਿਆਦਾ ਸੀਰੀਅਸਲੀ ਬਿਮਾਰ ਸੀ ਤੇ ਉਹਨੂੰ ਕੀ ਹੋਇਆ ਹੋਇਆ ਸੀ, ਨਿਮੋਨੀਆ ਹੋਇਆ ਹੋਇਆ ਸੀ। ਨੈਕਸਟ ਹੈਗਾ ਵਾ ਵਟ ਡਿਡ ਦੀਆ ਜੌਨਸੀ ਫੀਲ ਅਬਾਊਟ ਹਰ ਇਲਨੈਸ, ਵੀ ਜਿਹੜੀ ਜੌਨਸੀ ਸੀਗੀ ਉਹਨੂੰ ਆਪਣੀ ਬਿਮਾਰੀ ਦੇ ਰਿਲੇਟਡ ਕੀ ਲੱਗ ਰਿਹਾ ਸੀ। ਸ਼ੀ ਥੋਟ she was not going to get well, she thought she would die with the felling of the last ivy leaves, ਵੀ ਜਿਹੜੀ ਜੌਨਸੀ ਸੀਗੀ ਉਹਨੂੰ ਇਹ ਲੱਗ ਰਿਹਾ ਸੀ ਵੀ ਜਦੋਂ ਅਖੀਰਲਾ ਪੱਤਾ ਉਹ ਹਮੇਸ਼ਾ ਉਹਨੂੰ ਦੇਖ ਕੇ ਸੀਗਾ ਵੀ ਉਹ ਕਦੇ ਵੀ ਠੀਕ ਨਹੀਂ ਹੋ ਸਕਦੀ ਤੇ ਉਹਨੂੰ ਇਹ ਚੀਜ਼ ਸੀਗੀ ਵੀ ਉਹ ਵੀ ਮਰ ਜਾਏਗੀ ਜਦੋਂ ਲਾਸਟ ਜਿਹੜਾ ਆਈਵੀ ਲੀਫ ਆ ਜਿਹੜਾ ਉਹ ਫਲ ਕਰ ਜਾਏਗਾ, ਜਾਣੀ ਕਿ ਟੁੱਟ ਕੇ ਗਿਰ ਜਾਏਗਾ ਤਾਂ ਉਹ ਵੀ ਮਰ ਜਾਏਗੀ। ਥਰਡ ਕੁਐਸਚਨ ਹੈ ਵਟ ਡਿਡ ਦੀ ਸ਼ੂ ਡੂ ਟੂ ਮੇਕ ਹਰ ਹੈਪੀ ਲਾਈਫ, ਵੀ ਜਿਹੜੀ ਸ਼ੂ ਆ ਉਹ ਆਪਣੀ ਆਪ ਨੂੰ ਖੁਸ਼ ਰੱਖਣ ਦੇ ਲਈ ਕੀ ਕਰਦੀ ਸੀ ਜਾਂ ਉਹਨੂੰ ਖੁਸ਼ ਕਰਨ ਦੇ ਲਈ ਕੀ ਕਰਦੀ ਸੀ। ਸ਼ੀ ਟਾਕ ਅਬਾਊਟ ਟੂ ਦੀਆਂ ਕਲੋਥਸ ਐਂਡ ਫੈਸ਼ਨਸ, ਸ਼ੀ ਸਟਾਰਟਡ ਟੂ ਦੀਆਂ ਵਿਸਲਿੰਗ ਵਾਈਲ ਦੇਅਰ ਵਰਕਿੰਗਸ ਐਟ ਟੂ ਦੀਆਂ ਪੇਂਟਿੰਗ, ਵੀ ਜਿਹੜੀ ਕੀ ਆ ਜੌਨਸੀ ਆ ਜਿਹੜੀ ਸ਼ੂ ਆ ਉਹ ਜੌਨਸੀ ਨੂੰ ਖੁਸ਼ ਕਰਨ ਦੇ ਲਈ ਉਹਨੂੰ ਕੱਪੜੇ ਦਿਖਾਉਂਦੀ ਆ, ਫੈਸ਼ਨ ਦਿਖਾਉਂਦੀ ਆ ਤੇ ਉਹ ਕੀ ਆ ਦੁਬਾਰਾ ਤੋਂ ਜਿਹੜੀ ਪੇਂਟਿੰਗ ਵਰਕ ਆ ਉਹਨੂੰ ਸਟਾਰਟ ਕਰਦੀ ਆ ਤਾਂ ਜੋ ਕੀ ਉਹ ਖੁਸ਼ ਹੋ ਜਾਵੇ ਤੇ ਉਹ ਵੀ ਪੇਂਟਿੰਗ ਕਰਨ ਲੱਗ ਜਾਵੇ। ਨੈਕਸਟ ਕੁਐਸਚਨ ਆ ਵਾਈ ਡਿਡ ਦੀ ਜੌਨਸੀ ਲੁੱਕ ਐਟ ਦੀ ਆਈਵੀ ਲੀਵਸ ਕੇਅਰਫੁਲੀ, ਵੀ ਜਿਹੜੀ ਜੌਨਸੀ ਸੀਗੀ ਉਹ ਕਿਉਂ ਆਈਵੀ ਲੀਫ ਕੰਨੀ ਬੜੇ ਧਿਆਨ ਨਾਲ ਦੇਖ ਰਹੀ ਸੀ। ਜੌਨਸੀ ਥਾਟ ਸ਼ੀ ਵਾਸ ਟੂ ਦੀ ਨੀਅਰਿੰਗ ਹਰ ਡੈਥ ਵਿਦ ਦੀ ਫੈਲਿੰਗ ਆਫ ਦੀ ਈਚ ਲੀਫ, ਸ਼ੀ ਕੈਪਟ ਟੂ ਦੀ ਲੁਕਿੰਗ ਐਟ ਟੂ ਦੀ ਲੀਫ ਕੇਅਰਫੁਲੀ ਟੂ ਸੀ ਹਾਊ ਮੈਨੀ ਦੈਮ ਵਰ ਲੈਫਟ, ਵੀ ਜਿਹੜੀ ਜੌਨਸੀ ਆ ਉਹ ਇਹ ਚੀਜ਼ ਸ਼ੋਅ ਕਰ ਰਹੀ ਸੀ ਵੀ ਉਹਦੀ ਕੀ ਆ ਡੈਥ ਹੁਣ ਜਮਾਂ ਹੀ ਨੇੜੇ ਨੇੜੇ ਆ ਰਹੀ ਆ, ਜਿਵੇਂ ਜਿਵੇਂ ਉਹ ਪੱਤੇ ਗਿਰ ਰਹੇ ਨੇ ਤਾਂ ਉਹ ਹਮੇਸ਼ਾ ਉਹ ਲੀਫ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ ਤੇ ਉਹ ਦੇਖਦੀ ਸੀ ਵੀ ਉਹਦੇ ਵਿੱਚ ਕਿੰਨੇ ਲੀਫ ਜਿਹੜੇ ਨੇ ਹੁਣ ਬਾਕੀ ਰਹਿ ਗਏ। ਫਿਫਥ ਕੁਐਸਚਨ ਆ ਹੂ ਵਾਸ ਦੀ ਬਹਿਰਮਨ, ਬਹਿਰਮਨ ਕੌਣ ਸੀ। ਹੀ ਵਾਸ ਦੀ ਓਲਡ ਪੇਂਟਰ, ਹੀ ਵਾਸ 60 year old, he had always desire ਟੂ ਪੇਂਟ ਆ ਮਾਸਟਰਪੀਸ ਬਟ ਹੀ ਕੁਡ ਨੈਵਰ ਬਿਗਨ ਇਟ, ਵੀ ਜਿਹੜਾ ਬਹਿਰਮਨ ਸੀਗਾ ਉਹ ਇੱਕ ਓਲਡ ਪੇਂਟਰ ਸੀਗਾ ਤੇ ਉਹ 60 ਸਾਲ ਦਾ ਇੱਕ ਬੁੱਢਾ ਆਦਮੀ ਸੀ ਤੇ ਉਹ ਹਮੇਸ਼ਾ ਇਹ ਚਾਹੁੰਦਾ ਸੀ ਵੀ ਉਹ ਇੱਕ ਮਾਸਟਰਪੀਸ ਜਿਹੜਾ ਵਾ ਪੇਂਟ ਕਰੇ ਪਰ ਉਹ ਕਦੇ ਵੀ ਇਸ ਚੀਜ਼ ਨੂੰ ਸ਼ੁਰੂ ਹੀ ਨਹੀਂ ਕਰ ਸਕਿਆ। ਸਿਕਸਥ ਕੁਐਸਚਨ ਆ ਵਾਈ ਡਿਡ ਦੀ ਸ਼ੂ ਕਾਲ ਟੂ ਦੀ ਬਹਿਰਮਨ ਟੂ ਹਰ ਰੂਮ, ਵੀ ਜਿਹੜੀ ਸ਼ੂ ਸੀਗੀ ਬਹਿਰਮਨ ਨੂੰ ਕਿਉਂ ਬੁਲਾਇਆ ਆਪਣੇ ਰੂਮ ਦੇ ਵਿੱਚ। ਐਨ ਆਈਵੀ ਕਾਪਰਸ ਵੈਂਟ ਟੂ ਦੀ ਵਾਲਸ ਆਪੋਜ਼ਿਟ ਟੂ ਦੀ ਜੌਨਸੀਜ਼ ਵਿੰਡੋਜ਼, ਓਨਲੀ ਵਨ ਲੀਵਸ ਵਾਸ ਦੀ ਲੈਫਟ ਆਫ ਟੂ ਦੀ ਕੈਪਰਸ, ਦੀ ਜੌਨਸੀ ਥਾਟ ਸ਼ੀ ਵੁੱਡ ਡਾਈ ਵੈਨ ਦੀ ਲਾਸਟ ਲੀਫ ਫੈਲ, the shrew wanted to the Behrman to paint similar leaf on the walls. That was why she took the Behrmans to her room. She wanted to show him how the last leaf looked from there. ਵੀ ਜਿਹੜਾ ਆਈਵੀ ਦਾ ਲੀਫ ਸੀਗਾ ਉਹ ਕੀ ਸੀ, ਉਹਦੇ ਆਪੋਜ਼ਿਟ ਵਾਲ ਦੇ ਉੱਤੇ ਸੀ ਜਿੱਥੇ ਜੌਨਸੀ ਦੀ ਵਿੰਡੋ ਸੀਗੀ ਤੇ ਉਹਦੇ ਵਿੱਚ ਸਿਰਫ ਇੱਕ ਹੀ ਪੱਤਾ ਰਹਿ ਗਿਆ ਸੀਗਾ ਤੇ ਜੌਨਸੀ ਚਾਹੁੰਦੀ ਸੀ ਵੀ ਉਹਦੇ ਮਰਨ ਤੋਂ ਪਹਿਲਾਂ ਜਿਹੜਾ ਉਹਨੂੰ ਇਹ ਲੱਗਦਾ ਸੀ ਵੀ ਜੇਕਰ ਲਾਸਟ ਪੱਤਾ ਗਿਰ ਗਿਆ ਤਾਂ ਉਹਦੀ ਜਿਹੜੀ ਫਰੈਂਡ ਆ ਡੀਅਰ ਫਰੈਂਡ ਆ ਜੌਨਸੀ ਉਹ ਵੀ ਮਰ ਜੂਗੀ। ਤਾਂ ਜਿਹੜੀ ਸ਼ੂ ਸੀਗੀ ਉਹ ਚਾਹੁੰਦੀ ਸੀ ਬਹਿਰਮਨ ਤੋਂ ਵੀ ਉਹ ਕੀ ਆ ਸਿਮਿਲਰ ਕਾਈਂਡਸ ਆਫ ਜਿਹੜਾ ਲੀਫ ਆ ਉਹ ਪੇਂਟ ਕਰ ਦੇਵੇ ਬਾਲ ਦੇ ਉੱਤੇ, ਜਿਹੜਾ ਕਿ ਉਹਦੇ ਜਦੋਂ ਬਹਿਰਮਨ ਕੀ ਆ ਉਹਨੂੰ ਤਾਂ ਲੈ ਕੇ ਗਈ ਤਾਂ ਜੋ ਉਹ ਕੀ ਆ ਵੀ ਉਹ ਉਹਦੇ ਰੂਮ ਦੇ ਵਿੱਚ ਉਹ ਇਹ ਦੇਖ ਸਕੇ ਵੀ ਜਿਹੜਾ ਲਾਸਟ ਲੀਫ ਆ ਉਹ ਕਿਸ ਤਰੀਕੇ ਨਾਲ ਦਿਖਦਾ ਵਾ। ਨੈਕਸਟ ਹੈਗਾ ਹਾਊ ਵਾਸ ਦੀ ਜੌਨਸੀ ਸੇਵਡ, ਵੀ ਜੌਨਸੀ ਕਿਵੇਂ ਬਚੀ। ਜੌਨਸੀ ਥਾਟ ਸ਼ੀ ਵੁੱਡ ਬੀ ਅ ਡਾਈ ਵੈਨ ਦੀ ਲਾਸਟ ਲੀਫ ਫੈਲ, ਦੀ ਸ਼ੂ thought an idea. She asked to the old painter to paint the ivy leaf on the balls. When the Jauncey woke up to the next morning, she saw their last leaf only ivy. She regained her to will to leave, thus she was saved. ਵੀ ਜਿਹੜੀ ਜੌਨਸੀ ਆ ਉਹਨੂੰ ਇਸ ਚੀਜ਼ ਦਾ ਇੱਕ ਵਿਚਾਰ ਆਇਆ ਕਿਉਂਕਿ ਉਹਨੂੰ ਜੌਨਸੀ ਇਹ ਸੋਚਦੀ ਸੀ ਵੀ ਜੇਕਰ ਲਾਸਟ ਲੀਫ ਗਿਰ ਗਿਆ ਤਾਂ ਮੈਂ ਵੀ ਮਰ ਜਾਊਂਗੀ ਤੇ ਜਿਹੜੀ ਸ਼ੂ ਹੁੰਦੀ ਆ ਉਹਨੂੰ ਇੱਕ ਵਿਚਾਰ ਆਇਆ, ਉਹਨੇ ਕੀ ਆ ਓਲਡ ਬਹਿਰਮਨ ਨੂੰ ਲਾਸਟ ਲਾਈਫ ਨੂੰ ਜਿਹੜਾ ਵਾ ਬਾਲ ਦੇ ਉੱਤੇ ਪੇਂਟ ਕਰਨ ਦੇ ਲਈ ਬੁਲਾਇਆ ਤੇ ਜੌਨਸੀ ਜਦੋਂ ਅਗਲੇ ਮਾਰਨਿੰਗ ਸਵੇਰੇ ਉੱਠੀ ਤਾਂ ਉਹਨੂੰ ਉਹ ਲਾਸਟ ਲੀਫ ਦੇਖ ਕੇ ਆ ਤੇ ਉਹਦੇ ਇਸ ਨਾਲ ਉਹਨੂੰ ਜੀਣ ਦੀ ਇੱਛਾ ਜਿਹੜੀ ਆ ਉਹ ਦੁਬਾਰਾ ਬਣ ਗਈ ਤਾਂ ਇਸ ਤਰੀਕੇ ਨਾਲ ਉਹਨੇ ਜੌਨਸੀ ਨੂੰ ਸੇਵ ਕੀਤਾ। 8th ਕੁਐਸਚਨ ਆ ਵਟ ਹੈਪਨ ਟੂ ਦੀ ਬਹਿਰਮਨ ਐਂਡ ਵਾਈ, ਬਹਿਰਮਨ ਨੂੰ ਕੀ ਹੋਇਆ ਤੇ ਕਿਉਂ ਹੋਇਆ। ਇਨ ਦੀ ਆਰਡਰ ਟੂ ਸੇਵ ਦੀ ਜੌਨਸੀ ਬਹਿਰਮਨ ਪੇਂਟ ਐਨ ਆਈਵੀ ਲੀਫ ਔਨ ਦੀ ਬਾਲ, he worked in the night, it was cold and windy night, it was to the raining also, the Behrman got pneumonia, he died after 2 days। ਵੀ ਜਿਹੜਾ ਜੌਨਸੀ ਨੂੰ ਸੇਵ ਕਰਨ ਦੇ ਲਈ ਬਹਿਰਮਨ ਕੀ ਆ ਉਹ ਲਾਸਟ ਆਈਵੀ ਲੀਫ ਪੇਂਟ ਕਰ ਰਿਹਾ ਸੀ ਉਸ ਬਾਲ ਦੇ ਉੱਤੇ, ਉਹ ਪੂਰੀ ਰਾਤ ਵਰਕ ਕਰਦਾ ਸੀ। ਉਸ ਦਿਨ ਕੀ ਸੀ ਬਹੁਤ ਠੰਡ ਸੀਗੀ ਤੇ ਹਵਾ ਵੀ ਬਹੁਤ ਤੇਜ਼ ਚੱਲ ਰਹੀ ਸੀਗੀ ਤੇ ਉੱਥੇ ਹੁਣ ਮੀਂਹ ਵੀ ਪੈ ਰਿਹਾ ਸੀ। ਬਹਿਰਮਨ ਨੂੰ ਕੀ ਨਿਮੋਨੀਆ ਹੋ ਗਿਆ ਤੇ ਉਹ 2 ਦਿਨ ਬਾਅਦ ਉਹ ਮਰ ਗਿਆ ਨਿਮੋਨੀਆ ਕਰਕੇ।
ਨਾਈਨਥ ਕੁਐਸਚਨ ਆ ਵਟ ਵਾਸ ਦੀ ਬਹਿਰਮਨ ਮਾਸਟਰਪੀਸ, ਬਹਿਰਮਨ ਦਾ ਮਾਸਟਰਪੀਸ ਕੀ ਸੀ? ਆਂਸਰ ਹੈ ਇਟ ਵਾਸ ਦੀ ਲੀਫ ਹੀ ਹੈਡ ਟੂ ਪੇਂਟਡ ਔਨ ਦੀ balls. He looked so real that the agency could be not know it. She regained her will to leave, thus he painting proved the Berman's masterpiece. ਵੀ ਜਿਹੜਾ ਪੇਂਟ ਉਹਨੇ ਪੇਂਟ ਕੀਤਾ ਸੀਗਾ ਲੀਫ ਇੱਕ ਦੀਵਾਰ ਦੇ ਉੱਤੇ, ਉਹਦਾ ਮਾਸਟਰਪੀਸ ਸੀ ਕਿਉਂਕਿ ਉਹ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਅਸਲੀ ਲੱਗਦਾ ਸੀ ਅਤੇ ਜੌਨਸੀ ਨੂੰ ਇਹਦੇ ਬਾਰੇ ਕਦੀ ਪਛਾਣ ਹੀ ਨਹੀਂ ਸਕੀ ਵੀ ਉਹ ਓਰੀਜਨਲ ਆ ਕਿ ਨਹੀਂ ਹੈਗਾ। ਅਤੇ ਉਹ ਆਪਣੀ ਜਿਹੜੀ ਵਿਲ ਆ ਜਿਉਂਦੇ ਰਹਿਣ ਦੀ ਉਹਨੂੰ ਦੁਬਾਰਾ ਗੇਨ ਕਰ ਗਈ ਅਤੇ ਇਹ ਜਿਹੜਾ ਪੇਂਟਿੰਗ ਸੀ ਇਹ ਪ੍ਰੂਫ ਕਰ ਗਿਆ ਕਿ ਉਹ ਬਹਿਰਮਨ ਦਾ ਕੀ ਸੀ? ਮਾਸਟਰਪੀਸ ਸੀ। ਲਾਸਟ ਕੁਐਸਚਨ, ਡੂ ਯੂ ਥਿੰਕ ਦੀ ਬਹਿਰਮਨ ਵਾਸ ਦੀ ਰਾਈਟ ਇਨ ਦੀ ਸਫਰਿੰਗ ਹਿਜ਼ ਲਾਈਫ ਬਾਈ? ਵੀ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਬਹਿਰਮਨ ਸੀ ਉਹ ਆਪਣੀ ਲਾਈਫ ਦੇ ਵਿੱਚ ਸਫਰ ਕਰ ਰਿਹਾ ਸੀ ਅਤੇ ਕਿਉਂ? ਬਹਿਰਮਨ ਵਾਸ ਪੇਂਟ ਐਨ ਆਈਵੀ ਲੀਫ ਔਨ ਦੀ ਬਾਲ, ਇਟ ਲੁਕਡ ਸੋ ਰੀਅਲ ਦੈਟ ਦੀ ਜੌਨਸੀ ਕੁਡ ਨਾਟ ਨੋ ਇਟ, ਸ਼ੀ ਰੀਗੇਨਡ ਹਰ ਟੂ ਦੀ ਵਿਲ ਟੂ ਲੀਵ, ਦਸ ਸ਼ੀ ਵਾਜ਼ ਸੇਵਡ, ਬਟ ਦੀ ਬਹਿਰਮਨ ਗੋਟ ਟੂ ਦੀ ਨਿਮੋਨੀਆ ਐਂਡ ਡਾਈਡ, ਹਿਜ਼ ਸੈਕਰੀਫਾਈਸ ਵਾਜ਼ ਨਾਟ ਟੂ ਦੀ ਵੀਨਸ, ਹੀ ਪੇਂਟਡ ਦੀ ਮਾਸਟਰਪੀਸ ਐਂਡ ਆਲਸੋ ਸੇਵ ਆ ਲਾਈਫ। ਵੀ ਜਿਹੜਾ ਬਹਿਰਮਨ ਸੀਗਾ ਉਹਨੇ ਆਈਵੀ ਲੀਫ ਜਿਹੜਾ ਸੀ ਉਹਨੇ ਇੱਕ ਦੀਵਾਰ ਦੇ ਉੱਤੇ ਬਣਾਇਆ, ਉਹ ਦੇਖਣ ਦੇ ਵਿੱਚ ਬਹੁਤ ਅਸਲੀ ਲੱਗਦਾ ਸੀ ਅਤੇ ਜੌਨਸੀ ਜਿਹੜਾ ਸੀ ਉਹ ਇਹਦੇ ਬਾਰੇ ਨਹੀਂ ਜਾਣਦੀ ਸੀ ਅਤੇ ਉਹਨੇ ਆਪਣੀ ਜਿਹੜੀ ਵਿਲ ਸੀਗੀ ਉਹ ਜਿਉਂਦੇ ਰਹਿਣ ਦੀ ਉਹ ਦੁਬਾਰਾ ਗੇਨ ਕੀਤੀ ਅਤੇ ਉਹਨੇ ਆਪਣੇ ਆਪ ਨੂੰ ਸੇਵ ਕੀਤਾ ਅਤੇ ਬਹਿਰਮਨ ਜਿਹੜਾ ਸੀ ਉਹਨੂੰ ਨਿਮੋਨੀਆ ਹੋ ਗਿਆ ਅਤੇ ਉਹ ਮਰ ਗਿਆ। ਬਟ ਜਿਹੜਾ ਉਹਦਾ ਸੈਕਰੀਫਾਈਸ ਸੀ ਉਹ ਖਰਾਬ ਨਹੀਂ ਗਿਆ ਕਿਉਂਕਿ ਉਹਨੇ ਆਪਣਾ ਜਿਹੜਾ ਮਾਸਟਰਪੀਸ ਸੀ ਉਹ ਵੀ ਪੇਂਟ ਕੀਤਾ ਅਤੇ ਇੱਕ ਲੜਕੀ ਦੀ ਜਾਨ ਵੀ ਬਚਾਈ। ਇਹ ਸੀਗੀ ਸਟੋਰੀ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਅਸੀਂ ਆਪਣਾ ਸੈਕਰੀਫਾਈਸ ਕਰਕੇ ਦੂਸਰੇ ਦੀ ਲਾਈਫ ਨੂੰ ਵਧੀਆ ਬਣਾ ਸਕਦੇ ਹਾਂ। ਅਤੇ ਜਿਹੜਾ ਚੈਪਟਰ ਸੀ ਬੜਾ ਇੰਟਰਸਟਿੰਗ ਚੈਪਟਰ ਸੀ। ਆਈ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਊ। ਜੇਕਰ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ ਅਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।